और देखिए जल्दी जल्दी हम जहाँ पहुँचे थे ये है DMCH दयानंद मेडिकल कॉलेज एंड हॉस्पिटल, जहाँ पर आज कैंसर के पेशेंट जो होते हैं कि क्योर हो जाते हैं, कहते हैं पॉजिटिव थिंकिंग रखिए आप ठीक हो जाओगे। तो यहीं पर हम उनसे रूबरू हो रहे हैं, उनसे बातचीत कर रहे हैं। तो आपको हम दिखा रहे हैं कि जो कैंसर पेशेंट होते हैं कहते हैं कि जिसको ये बीमारी लग गई तो वो घबरा जाता है, लेकिन जहाँ पर जितने भी लोग हैं, जहाँ डॉक्टर हैं या दूसरे भी जहाँ पर इस समय खड़े हैं पेशेंट हैं, तो किसी न किसी से बातचीत करेंगे। ये चैनल सब्सक्राइब कर दीजिए। और जी क्या हाल चाल है, किहड़ी जगह तो आए? लुधियाने तो। अच्छा अच्छा। पेशेंट कौन सीगा? मैं की होया सीगा? कैंसर है, किहड़ी जगह ते? किडनी ਕੱਢੀ ਹੋਈ ਹੈ, ਆਪਰੇਸ਼ਨ। ਤੇ ਹੁਣ ਠੀਕ ਹੋ ਤੁਸੀਂ? ਹਾਂਜੀ ਬਿਲकुल ठीक ਇੱਕ ਵਾਰ ਘਬਰਾ ਗਏ ਸੀਗੇ ਪਹਿਲੇ? नहीं कोई मेरे साथ ਸੀਗੇ, मेरे घर ਦੇ ਸੀਗੇ, ਮੈਨੂੰ ਜ਼ਿਆਦਾ ਇੰਨੀ ਦਿੱਕਤ ਨਹੀਂ ਆਈ। ਕਹਿੰਦੇ ਨੇ ਠੀਕ ਨਹੀਂ ਹੁੰਦਾ, ਹਾਂ ਠੀਕ ਨਹੀਂ ਹੁੰਦਾ। ਨਹੀਂ ਉਹ ਠੀਕ ਹੈ ਗੱਲ, ਜੇ ਆਪਾਂ ਇਲਾਜ ਕਰਾਵਾਂਗੇ ਤਾਂ ਠੀਕ ਹੋ ਜਾਵਾਂਗੇ। ਜੇ ਆਪਾਂ ਘਬਰਾ ਗਏ, ਮਨ ਛੱਡਤਾ ਤਾਂ ਫਿਰ ਤਾਂ ਆਪੇ ਹੀ ਪਹਿਲਾਂ ਹੀ ਡਾਵਾਂਡੋਲ ਹੈ ਤਾਂ ਹੋਰ ਡਾਵਾਂਡੋਲ ਹੋ ਗਿਆ, ਛੁੱਟੀ ਹੋ ਗਈ ਆਪਣੀ। ਬਿਲਕੁਲ ਬਿਲकुल। ਫਿਰ ਜੇ ਹਾਂ ਡਾਵਾਂਡੋਲ ਨਹੀਂ ਹੋਇਆ, ਆਪਾਂ ਲੜਨਾ ਵਾ कैंसर के नाल लड़े। हाँ थोड़ी जित हो गई, तुम सही हो, बिल्कुल सही। ठीक है। और जी हेलो कार्ड ले लो। और जी तुम किन्नू सिखाया? उन्होंने सिखाया? ਇਹਨਾਂ ਮੰਮਾ ਨੇ ਇਹਨਾਂ ਤੁਸੀਂ ਅਸੀਂ ਮੋਗਾ ਜ਼ਿਲ੍ਹੇ ਤੋਂ ਆਏ ਹੋਏ ਆ। ਤੇ ਜਦੋਂ ਮੰਮਾ ਨੂੰ ਕੈਂਸਰ ਸੀ ਅਸੀਂ ਕਿਰਾ ਤਾਂ ਡੋਲ ਗਏ ਸੀ, ਕਿਉਂਕਿ ਕੈਂਸਰ ਦਾ ਨਾਮ ਹੀ ਭੈੜਾ ਸੀਗਾ। ਪਰ ਜਦੋਂ ਇਹਨਾਂ ਨੂੰ ਹੋਇਆ ਤਾਂ ਅਸੀਂ ਮੈਕਸ ਹਸਪੀਟਲ ਗਏ, ਡਾਕਟਰ ਮਨਜਿੰਦਰ ਸਿੱਧੂ ਉਹਨਾਂ ਨੇ ਸਾਨੂੰ ਬਹੁਤ ਵਧੀਆ ਗਾਈਡ ਕੀਤਾ। ਤਾਂ ਉਹਨਾਂ ਨੇ ਦੱਸਿਆ ਵੀ ਕੋਈ ਪ੍ਰੋਬਲਮ ਨਹੀਂ, ਪੇਸ਼ੈਂਟ ਠੀਕ ਹੋ ਜੂ। ਸਾਡਾ ਦਿਲ ਵੱਜ ਗਿਆ। ਪਰ ਅੱਜ ਇੱਥੋਂ ਤੱਕ ਆ ਕਿ ਡਾਕਟਰ ਮੈਕਸ ਸੀਗੇ, ਮੈਕਸ ਤੋਂ DMC ਆ ਗਏ ਤਾਂ ਸਾਡਾ ਇਲਾਜ 10 ਸਾਲ ਹੋ ਗਏ, ਬਹੁਤ ਵਧੀਆ ਪੇਸ਼ੈਂਟ, ਬਹੁਤ ਵਧੀਆ ਵਾ। ਤਾਂ ਅਸੀਂ ਇਹੀ ਸੁਨੇਹਾ ਦੇਣਾ ਚਾਹਾਂਗੇ ਕਿ ਜੋ ਵੀ ਕੈਂਸਰ ਦਾ ਪੇਸ਼ੈਂਟ ਆ ਉਹਨੂੰ ਘਬਰਾਉਣ ਦੀ ਲੋੜ ਨਹੀਂ। ਇਹ ਬਿਮਾਰੀ ਲੁਕਾਉਣ ਵਾਲੀ ਨਹੀਂ, ਇਹ ਰੌਲਾ ਪਾਉਣ ਵਾਲੀ ਬਿਮਾਰੀ ਆ। ਇਹਨੂੰ ਲੋਕਾਂ ਨੇ ਕਿਹਾ ਹੋਇਆ ਕਿ ਠੀਕ ਨਹੀਂ ਹੋ ਸਕਦੀ, ਪਰ ਅਸੀਂ ਇਹ ਕਹਿੰਦੇ ਆ ਵੀ 100% ਠੀਕ ਹੋ ਸਕਦੀ ਆ। ਇੱਕ ਤਾਂ ਜਿਹਨੂੰ ਹੈ ਕੈਂਸਰ ਉਹ ਤੰਦਰੁਸਤ ਤੇ ਵਧੀਆ ਫਰੈਸ਼ ਦਿਮਾਗ ਰਹਿਣਾ ਚਾਹੀਦਾ ਵਾ। ਉਹਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਨੂੰ ਕੈਂਸਰ ਆ, ਬਚਾ ਜਾਂ ਨਾ ਬਚਾ, ਪਰ ਉਹ ਬਚ ਵੀ ਜਾਊਗਾ। ਪਰ ਇਲਾਜ ਦੀ ਜ਼ਰੂਰਤ ਆ, ਜਿਹੜੀ ਸਾਨੂੰ ਇਹ ਲੁਕਾਉਣ ਵਾਲੀਆਂ ਗੱਲਾਂ ਨਹੀਂ, ਇਹ ਉਭਾਰਨ ਵਾਲੀਆਂ ਗੱਲਾਂ ਵਾ। ਇਹਨਾਂ ਦਾ ਬੱਚੇ ਦਾ ਅੰਦਰ ਕੈਂਸਰ ਸੀ। ਅੱਛਾ ਤੇ ਕੋਈ ਤੁਹਾਨੂੰ ਪਤਾ ਕਿਦਾਂ ਨਹੀਂ ਲੱਗਿਆ? ਪਹਿਲੇ ਕਿੰਨੇ ਟਾਈਮ ਬਾਅਦ ਪਤਾ ਲੱਗਿਆ ਤੁਹਾਨੂੰ? ਸਾਨੂੰ ਆਪਰੇਟ ਕਰਵਾਇਆ ਸੀ ਬੱਚੇਦਾਨੀ ਦਾ। ਜੇ ਪਹਿਲੇ ਪ੍ਰੋਬਲਮ ਕਿਦਾਂ ਆਣੀ ਚਾਲੂ ਹੋਈ ਸੀਗੀ? ਇਹਨਾਂ ਦੇ ਪੇਨ ਹੁੰਦਾ ਸੀਗਾ। ਹਾਂਜੀ ਅੱਛਾ। ਰਸੌਲੀਆਂ ਸੀਗੀਆਂ ਇਹਨਾਂ ਦੇ 2 ਸਾਲ ਪਹਿਲਾਂ, ਰਸੌਲੀਆਂ ਸੀਗੀਆਂ। ਰਸੌਲੀਆਂ ਦਾ ਆਪਰੇਟ ਕਰਵਾਇਆ ਤਾਂ ਸਾਨੂੰ ਮੋਗੇ ਦੇ ਡਾਕਟਰ ਸੂਦ ਨੇ ਸਾਨੂੰ ਕਿਹਾ ਸੀ ਕਿ ਸਾਨੂੰ ਲੱਗ ਰਿਹਾ ਕਿ ਹੋ ਸਕਦਾ ਪੇਸ਼ੈਂਟ ਨੂੰ ਕੈਂਸਰ ਹੋਵੇ। ਤਾਂ ਜਦੋਂ ਸਾਨੂੰ ਦੱਸਿਆ ਇੱਕਦਮ ਝਟਕਾ ਤਾਂ ਸਾਨੂੰ ਲੱਗਾ ਵੀ ਕੀ ਹੋਊਗਾ, ਕਿਉਂਕਿ ਬਿਮਾਰੀ ਦਾ ਨਾਂ ਭਿਆਨਕ ਸੀਗਾ। ਪਰ ਡੋਰ ਟੂ ਡੋਰ ਜਦੋਂ ਅਸੀਂ ਮੈਕਸ ਹਸਪੀਟਲ ਗਏ ਆ, ਡਾਕਟਰ ਨੂੰ ਮਿਲੇ ਤਾਂ ਉਹਨਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਸਾਨੂੰ ਕਿਹਾ ਵੀ ਕੋਈ ਘਬਰਾਉਣ ਵਾਲੀ ਲੋੜ ਨਹੀਂ ਹੈ। ਤਾਂ ਉਸ ਤੋਂ ਜਿਹੜਾ ਅਸੀਂ ਦਿਲ ਬੰਨ੍ਹ ਲਿਆ ਸੀ ਤੇ ਅੱਜ 10 ਸਾਲ ਹੋ ਗਏ ਆ, ਵਧੀਆ ਨੰਬਰ 9 ਆ। ਇਸ ਲਈ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀ ਇਹ ਬਿਮਾਰੀ ਹੈ ਇਹਦੇ ਨਾਲ ਲੜੋ ਤਾਂ ਜਿੱਤ ਜ਼ਰੂਰ ਹੋਊਗੀ। ਕੀਮੋਥੈਰੇਪੀ ਵੀ ਹੋਈ ਸੀ, ਸੇਕੇ ਵੀ ਲੱਗੀਆਂ ਹੋਈਆਂ ਸੀ ਔਰ ਇਲਾਜ ਜਿਹੜਾ ਪ੍ਰੋਪਰ ਚੱਲਿਆ ਸੀਗਾ। ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ ਲੋਕਾਂ ਨੂੰ, ਜਾਣੀ ਕਿ ਡਰਨਾ ਨਹੀਂ ਚਾਹੀਦਾ? ਅਸੀਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਡਰਨਾ ਨਹੀਂ ਚਾਹੀਦਾ। ਇਹ ਜਿਹੜੀ ਬਿਮਾਰੀ ਹੈ ਇਹ ਹਸਪੀਟਲ ਜਾ ਕੇ ਡਾਕਟਰ ਦੀ ਰਾਏ ਸਲਾਹ ਕਰੋ ਔਰ ਡਾਕਟਰ ਨਾਲ ਮਸ਼ਵਰਾ ਲਓ, ਤਾਂ ਕਿ ਜਿਹੜੀ ਇਹ ਬਿਮਾਰੀ ਅਸੀਂ ਭਿਆਨਕ ਸਮਝ ਰਹੇ ਇਹ ਕੋਈ ਵੀ ਨਹੀਂ। ਜਿੱਦਾਂ ਅਸੀਂ ਬਲੱਡ ਪ੍ਰੈਸ਼ਰ, ਸ਼ੂਗਰ, ਹਰ ਇੱਕ ਬਿਮਾਰੀ ਕਹਿ ਦਿੰਦੇ ਆ ਵੀ ਸਾਨੂੰ ਹੈ, ਤਾਂ ਇਸੇ ਤਰ੍ਹਾਂ ਕੈਂਸਰ ਦਾ ਵੀ ਜਿਹੜਾ ਸਾਨੂੰ ਰੌਲਾ ਪਾਉਣਾ ਚਾਹੀਦਾ। ਕੈਂਸਰ ਨੂੰ ਛੇੜ ਦਿਓ ਤੇ ਅੱਗੇ ਵੱਧਦਾ ਹੀ ਰਹਿੰਦਾ ਹੈਗਾ ਵਾ, ਕਿਉਂਕਿ ਇਹ ਪਹਿਲੀਆਂ ਕਹਾਵਤਾਂ ਹੁੰਦੀਆਂ ਸੀਗੀਆਂ ਵੀ ਜਦੋਂ ਕਹਿ ਦਿੰਦੇ ਸੀ ਕੈਂਸਰ ਆ ਜਿਹੜਾ ਇਹਨੂੰ ਛੇੜਾਂਗੇ ਤਾਂ ਵਾਜੂ, ਜੇ ਕੈਂਚੀ ਲੱਗ ਗਈ ਤਾਂ ਪੇਸ਼ੈਂਟ ਹੀ ਮੌਤ ਹੋ ਜੂਗੀ। ਪਰ ਨਹੀਂ, ਹੁਣ ਉਹ ਯੁੱਗ ਪਲਟ ਗਿਆ ਵਾ। ਤਾਂ ਸਭ ਤੋਂ ਪਹਿਲਾਂ ਜਦੋਂ ਡਾਕਟਰ ਕੋਲ ਵੀ ਆਉਂਗੇ, ਡਾਕਟਰ ਵੀ ਤੁਹਾਡਾ ਆਪਰੇਟ ਕਰਕੇ ਜਿਹੜੀ ਇਹ ਬਿਮਾਰੀ ਆ ਉਹ ਜੜ 'ਚੋਂ ਖਤਮ ਕਰੂਗਾ। ਉਸ ਤੋਂ ਬਾਅਦ ਥੈਪੋ ਕੀਮੋ ਹੋਊਗੀ, ਕੀਮੋ ਹੋ ਕੇ ਤੇ ਜਿਹੜੀਆਂ ਸੇਕੇ ਲੱਗਣਗੇ, ਸੇਕੇ ਲੱਗ ਕੇ ਸਾਰਾ ਜਿਹੜਾ ਜੜ 'ਚੋਂ ਜਿਹੜੀ ਇਹ ਬਿਮਾਰੀ ਆ ਖਤਮ ਹੋ ਜੂਗੀ। ਇਹ ਨਾ ਮੁਰਾਦ ਬਿਮਾਰੀ ਜਿਵੇਂ ਕਹਿੰਦੀ ਸੀ ਵੀ ਉਹ ਆ ਵੀ ਰਹਿੰਦੀ ਨਹੀਂ ਸਰੀਰ ਦੇ ਵਿੱਚ, ਯਾਨੀ ਠੀਕ ਹੋ ਸਕਦੇ। ਚਲੋ ਤੁਸੀਂ ਧੰਨਵਾਦ ਤੁਹਾਡਾ। ਤੇ ਹੋਰ ਕਿਸੇ ਨੂੰ ਗੱਲਬਾਤ ਕਰ ਲੈਣੇ ਹੈਗੇ ਆ, क्योंकि हम जहाँ चलते चलते आए थे तो आप लोगों को भी पता चलेगा कि ये जो पेशेंट होते हैं कैंसर के, नाम भी ऐसा है। और जी क्या हाल चाल है? और मैं क्या ਅਸੀਂ ਵੀ ਨਾ, ਮੈਂ ਕਿਹਾ ਲੋਕਾਂ ਨੂੰ ਨਾ ਪਤਾ ਲੱਗੂਗਾ ਤਾਂ ਲੋਕ ਡਰ ਜਾਂਦੇ ਹੈਗੇ ਆ ਵੀ ਆਹ ਬਿਮਾਰੀ ਹੈਗੀ ਆ, ਪਤਾ ਨਹੀਂ ਕੀ ਹੋਊਗਾ ਕੀ ਨਹੀਂ ਹੋਊਗਾ। ਡਰਨ ਵਾਲੀ ਕੋਈ ਗੱਲ ਨਹੀਂ। ਅੱਜ ਕੱਲ੍ਹ ਇਸ ਬਿਮਾਰੀ ਦਾ ਇਲਾਜ ਹੈ ਔਰ ਇੱਥੋਂ ਦੇ ਡਾਕਟਰ ਜਿਵੇਂ ਟਰੀਟ ਕਰਦੇ ਆ, ਇੰਨੇ ਪਿਆਰ ਨਾਲ ਬੰਦਾ ਅੱਧਾ ਵੈਸੇ ਹੀ ਠੀਕ ਹੋ ਜਾਂਦਾ। ਜਾਨੀ ਕਿ ਬਹੁਤ ਜਾਨੀ ਕਿ ਕੇਅਰ ਕਰਦੇ ਹੈਗੇ ਸਟਾਫ, ਬਹੁਤ ਜ਼ਿਆਦਾ। ਤੇ ਤੁਸੀਂ ਪਾਕਿਸਤਾਨ ਦੇ ਲੱਗਦੇ ਮੈਨੂੰ ਪਿੱਛੋਂ ਆਏ ਲੱਗਦੇ ਹੈ। ਕਿਹੜੀ ਜਗ੍ਹਾ ਤੇ ਸੀਗੇ? ਕਿਹੜੀ ਜਗ੍ਹਾ ਤੇ ਸੀਗੇ? ਅਸੀਂ ਇੱਥੋਂ ਦੇ ਹਾਂ, ਲੁਧਿਆਣੇ ਦੇ ਹਾਂ। ਅਸੀਂ ਲੁਧਿਆਣੇ ਦੇ। ਮੈਂ ਥੋੜੀ ਆਵਾਜ਼ ਜੀ ਲੱਗਿਆ ਜਿੱਦਾਂ ਕਿ ਮੈਂ ਕਿਹਾ ਬਾਹਰੋਂ ਆਏ ਹੋ। ਲੁਧਿਆਣੇ ਦੇ ਹਾਂ। ਅੱਛਾ 1947 ਤੋਂ ਪਹਿਲੇ ਇੱਥੇ ਸੀਗੇ?
ਲੁਧਿਆਣੇ ਕਿਹੜੀ ਜਗ੍ਹਾ ਤੋਂ? ਮੇਰਾ 61 ਦਾ ਬਰਥ ਹੈ, ਸਮਰਾਲਾ ਚੌਂਕ। ਸਮਰਾਲਾ ਚੌਂਕ ਦੇ ਇੱਥੇ ਲੁਧਿਆਣੇ। ਕੋਈ ਤੁਹਾਡੇ ਫਾਦਰ ਜਾਂ ਗ੍ਰੈਂਡਫਾਦਰ ਆਏ ਹੋਣਗੇ ਪਾਕਿਸਤਾਨ ਤੋਂ? ਹਾਂਜੀ ਹਾਂਜੀ, ਤਾਂ ਸਾਰੇ ਆਏ ਨੇ। ਹਾਂ, ਪਾਕਿਸਤਾਨ ਤੋਂ ਆਏ ਸੀ ਨਾ। ਤੁਹਾਡੇ ਟੱਚ ਪਤਾ ਲੱਗ ਜਾਂਦੀ ਹੈ ਨਾ ਗੱਲ ਦੀ। ਤਾਂ ਸਾਰੇ ਆਏ ਨੇ। ਉਹ ਕਿਹੜੀ ਜਗ੍ਹਾ ਤੋਂ ਆਏ ਸੀਗੇ? ਕਿਹੜੀ ਜਗ੍ਹਾ ਸੀ ਪਾਕਿਸਤਾਨ? ਨਨਕਾਣਾ ਸਾਹਿਬ। ਨਨਕਾਣਾ ਸਾਹਿਬ ਤੋਂ ਲੈ ਲਾ, ਤੁਸੀਂ ਬਾਬਾ ਦੇ ਘਰੋਂ ਆਏ ਦੇ ਹੈ। ਹਾਂਜੀ ਹਾਂਜੀ, ਹਾਂ, ਤੇ ਨਨਕਾਣਾ ਤਾਂ ਸਾਹਿਬ ਹੀ ਬਾਬਾ ਜੀ ਪਾਕਿਸਤਾਨ ਨੇ ਕਿਰਪਾ ਕੀਤੀ, ਠੀਕ ਹੋ ਕਿਰਪਾ ਗਏ। ਹੋ ਗਈ, ਬਿਲਕੁਲ ਹੋ ਗਏ ਤਾਂ। ਤੇ ਹੁਣ ਬ੍ਰੈਸਟ ਦਾ ਜੀ ਆ ਬੱਚੇ ਦਾ ਕਿਹੜਾ ਸੀਗਾ ਤੁਹਾਨੂੰ? ਕੈਂਸਰ ਕਿਹੜਾ ਸੀਗਾ? ब्रेस्ट कैंसर। ब्रेस्ट का सीगा। देखो दो प्रॉब्लम जहाँ पर बच्चेदानी या ब्रेस्ट का होता है लेडीज में। तो हम आने के थानू कितनी मैं- कीमोथेरेपी हो जाएगी? कीमोथेरेपियां मेरी होइयां 6, अच्छा रेडिएशन 25 अच्छा ਤੇ ਹੋ ਗਏ 5 ਸਾਲ। अच्छा अच्छा। मैं बिल्कुल ठीक हाँ। ਤੁਹਾਨੂੰ ਗਿਲਟੀ ਗੁਲਟੀ ਲੱਗਦੀ ਹੈ? ਤੁਹਾਨੂੰ ਕਿੰਨਾ ਮਹਿਸੂਸ ਹੁੰਦਾ ਸੀ ਪਹਿਲੇ ਜਦੋਂ ਬਿਮਾਰੀ ਤੁਹਾਨੂੰ ਹੋਈ ਹੈ? ਮੈਨੂੰ ਥੋੜੀ ਕਦੀ ਕਦੀ ਪੇਨ ਹੁੰਦੀ ਸੀ, ਜਿਵੇਂ ਸੂਈਆਂ ਚੁਭਦੀਆਂ। ਅੱਛਾ ਪਹਿਲਾਂ ਕਦੀ ਕਦੀ ਹੁੰਦੀ ਸੀ, 15-20 ਦਿਨ ਬਾਅਦ, ਫਿਰ ਹਫਤੇ ਬਾਅਦ, ਫਿਰ 2-3 ਦਿਨ ਬਾਅਦ, ਫਿਰ ਰੈਗੂਲਰ ਹੋਣ ਲੱਗ ਪਈ। ਮੈਂ ਬਸ ਇਗਨੋਰ ਮਾਰਿਆ, ਨਹੀਂ ਤਾਂ ਮੇਰੀ ਸਟੇਜ ਨਹੀਂ ਸੀ ਇੰਨੀ ਅੱਗੇ ਜਾਣੀ। ਯਾਨੀ ਸਹੀ ਪਤਾ ਨਹੀਂ ਸੀ ਇਹ ਪਹਿਲੇ ਇਗਨੋਰ ਨਾ ਕਰਦੇ? ਹਾਂ, ਮੈਂ ਸਾਲ ਪੂਰਾ ਅੰਦਰੋਂ ਆਪਣੇ ਆਪ ਮੈਨੂੰ ਹੋ ਰਿਹਾ ਸੀ ਇੰਟੂਇਸ਼ਨ ਹਾਂ। ਵੀ ਦੇयर ਇਜ਼ ਸਮਥਿੰਗ ਰੋਂਗ। ਬੱਚਿਆਂ ਨੂੰ ਜੇ ਲੜਕੀਆਂ ਨੂੰ ਜੇ ਕੀ ਕਹਿਣਾ ਚਾਹੋਗੇ ਵੀ ਤੁਹਾਨੂੰ ਇਦਾਂ ਦੀ ਪ੍ਰੋਬਲਮ ਹੋਵੇ ਜਾਂ ਕੁਝ ਹੋਵੇ ਇਦਾਂ ਦੀ ਪੇਨ ਵਗੈਰਾ, ਕੀ ਕਰਨਾ ਚਾਹੀਦਾ ਹੈਗਾ? ਇਮੀਡੀਏਟਲੀ ਆਉਣਾ ਚਾਹੀਦਾ ਡਾਕਟਰ ਕੋਲ। ਜਿੱਦਾਂ ਤੁਸੀਂ ਸੁਈਆਂ ਚੁੱਭਦੀਆਂ ਜਾਂ ਪੇਨ ਹੁੰਦੀ ਹੈ ਬ੍ਰੈਸਟ ਦੇ ਵਿੱਚ, ਉਸ ਟਾਈਮ ਇਲਾਜ ਕਰਵਾ ਲੈਣਾ ਚਾਹੀਦਾ ਵਾ ਉਸੇ ਟਾਈਮ ਇਮੀਡੀਏਟਲੀ। ਇਮੀਡੀਏਟਲੀ। ਤੇ ਫਿਰ ਤੁਹਾਨੂੰ ਮੈਡੀਸਿਨ ਦੇ ਨਾਲ ਵੀ ਠੀਕ ਹੋ ਸਕਦਾ? ਹਾਂਜੀ ਹਾਂਜੀ, ਬਿਲਕੁਲ ਠੀਕ ਆ। ਮੈਂ ਹੁਣ ਪੂਰਾ ਘਰ ਦਾ ਕੰਮ ਕਰਦੀ ਹਾਂ, ਬਿਲਕੁਲ ਠੀਕ ਠਾਕ ਆ। ਅੱਛਾ ਅੱਛਾ। ਦੇਖੋ ਕਹਿਣ ਦਾ ਮਤਲਬ ਹੈ ਕਿ ਜਦੋਂ ਪਹਿਲੇ ਤੁਸੀਂ ਨਾਲ ਆਏ ਇਹਨਾਂ ਦੇ, ਉਹ ਦੇਖੋ। ਅੱਛਾ ਬੈਠੋ, ਬੈਠ ਜਾਓ, ਕੋਈ ਗੱਲ ਨਹੀਂ। ਉਹ ਤੇ ਬੈਠ ਪਾਏ, ਕੋਈ ਗੱਲ ਨਹੀਂ। ਤੇ ਹਾਂਜੀ ਹਾਂਜੀ, ਚਲੋ। ਤੇ ਕਹਿੰਦੇ ਨਹੀਂ ਜੇ ਤੁਹਾਨੂੰ ਪਹਿਲੇ ਕੋਈ ਇਦਾਂ ਦੀ ਪ੍ਰੋਬਲਮ ਦਿਸਦੀ ਹੈ ਨਾ, ਪੇਨ ਵਗੈਰਾ ਕੋਈ ਹੁੰਦਾ, ਤਾਂ ਉਸੇ ਟਾਈਮ ਚੈੱਕ ਕਰਾ ਲਓ, ਇਗਨੋਰ ਨਾ ਕਰੋ। ਕਿਉਂਕਿ ਐਂ ਨਾ ਹੋਵੇ ਤੁਸੀਂ ਇਗਨੋਰ ਕਰਦੇ ਰਹੋ, ਸਾਲ 1.5 ਸਾਲ ਬਾਅਦ ਤੁਹਾਨੂੰ ਆਪਰੇਸ਼ਨ ਦੀ ਨੌਬਤ ਆਊਗੀ। ਨਹੀਂ ਤਾਂ ਪਹਿਲੇ ਤੁਹਾਨੂੰ ਵੱਧ ਜਾਂਦੀ ਹੈਗੀ ਆ, ਵੱਧ ਕੇ ਨਾ ਫਿਰ ਪ੍ਰੋਬਲਮ ਆ ਜਾਂਦੀ ਹੈਗੀ। ਚਲੋ ਇਹੀ ਮੈਸੇਜ ਦੇਣਾ ਚਾਹੁੰਦੇ ਹੈਗੇ ਕਿ ਜਿਹੜੀ ਹੈ ਨਾ ਪ੍ਰੋਬਲਮ ਜਿਹੜੀ ਹੈਗੀ ਕੈਂਸਰ ਦੀ, ਉਸੇ ਟਾਈਮ ਚੈੱਕਅਪ ਕਰਾਉਣਾ ਚਾਹੀਦਾ। ਲੋਕ ਡਰਦੇ ਹੈਗੇ, ਕਹਿੰਦੇ ਚੈੱਕਅਪ ਕਰਾ ਲੈਣਾ, ਬਿਮਾਰੀ ਦੱਸਦਾ ਨਹੀਂ ਹੈਗੀ ਆ। ਤਾਂ ਬੋਡੀ ਦਾ ਵੈਸੇ ਕਹਿੰਦੇ ਨੇ ਆਫਟਰ 40-45 6 ਮਹੀਨੇ ਸਾਲ ਬਾਅਦ ਚੈੱਕਅਪ ਕਰਵਾਉਂਦੇ ਰਹਿਣਾ ਚਾਹੀਦਾ ਬੋਡੀ ਦਾ। ਤੇ ਜਾਣੀ ਕਿ ਬੰਦਾ ਉਹਦੇ ਨਾਲ ਪਤਾ ਲੱਗ ਜਾਂਦਾ ਵੀ ਕਿਹੜੀ ਹਾਂ, ਵੀ ਕੋਈ ਅੰਦਰ ਪ੍ਰੋਬਲਮ ਤਾਂ ਨਹੀਂ, ਅੰਦਰ ਨਾਲ ਪਤਾ ਲੱਗ ਜਾਂਦਾ। ਹਾਂਜੀ, ਹਾਂਜੀ, ਹਾਂਜੀ। ਉਹਦੇ 'ਚ ਕੋਈ ਉਹ ਨਹੀਂ ਵੀ ਸਾਨੂੰ ਕੋਈ ਦਿੱਕਤ ਆ ਰਹੀ ਹੈ, ਹਾਂਜੀ 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 ਵੀ ਕੋਈ ਸਾਨੂੰ ਸ਼ਰਮ ਵਾਲੀ ਗੱਲ ਹੈ ਜਾਂ ਸਾਨੂੰ ਕੋਈ ਉਹ ਹੈ ਵੀ ਕੋਈ ਪ੍ਰੋਬਲਮ ਨਿਕਲ ਆਏਗੀ। हाँ हाँ। सगों ਸਾਨੂੰ टाइम से पता लग जाएगा अपनी प्रॉब्लम का। तो देखिए मेडिकल चेकअप रेगुलर कराते रहना चाहिए, क्योंकि मेडिकल चेकअप हम कराते हैं ना जब, तो हमें पता चल जाता है कि ये जो हमारी बॉडी में, किडनी में, हार्ट में, कैंसर कहाँ भी कोई प्रॉब्लम है पता चल जाता है। तो कहते हैं रेगुलर काम कराना चाहिए है, चेकअप कराना चाहिए है। तो देखिए की ना थोड़ा हरविंदर कौर। हरविंदर कौर जी ने देखिए अब बिल्कुल ठीक हैं, लेकिन जब इनको प्रॉब्लम हुई तो वो भी इन्होंने बताया, तो कैसे ये क्योर हो गए हैं। कहते हैं डरो मत, लड़ो, और लड़ोगे तो कामयाब हो जाओगे। चलिए आगे चलते हैं और देखते हैं। और जी सर क्या हाल चाल है? पुनीत भूटानी जी, क्या हाल चाल है? भूटानी जी, हमने अभी 2-4 पेशेंट से बात की। जी जी। मैंने कहा डरना चाहिए कैंसर से? कहते हैं नहीं डरना चाहिए। हाँ जी हाँ जी। क्या कहना चाहते हैं? नहीं, कैंसर से डरने की कोई ज़रूरत नहीं है। मेनली ये है कि हमें अर्ली डायग्नोसिस करना है। जो इसके सिम्टम्स साइंस हैं वो पता होना चाहिए कैंसर से। अगर उन चीज़ों के बारे में पता है और पूरी नॉलेज है, तो कहाँ से ट्रीटमेंट कराना और कहाँ, और सही समय पे सही ट्रीटमेंट और सही डायग्नोज हो जाए, फिर तो इससे बढ़िया कुछ नहीं हो सकता। अच्छा, इसमें लेडीज है जो उसके जो प्रॉब्लम है, बच्चेदानी बता रहे हैं, ब्रेस्ट कैंसर ही ज़्यादा बता रहे हैं। जी, तो जी। जेंट्स में कौन सी होती है? जेंट में जैसे एल्डरली पेशेंट्स में प्रोस्टेट कैंसर रहता हाँ है, जी, हाँ जी। और बाकी जो और पेशेंट्स होते हैं, जैसे कोई स्मोकर हो गया, हाँ। तो जो ज़्यादा स्मोकिंग करते हैं तो उसमें लंग कैंसर और हेड एंड नेक कैंसर भी होता है ना। तो कहते हैं जो गिल्टी वगैरह होती है वो भी कैंसर हो जाता है या वैसे ही नहीं होता है वो? क्या? नहीं, हर गिल्टी कैंसर नहीं होती है। मतलब ये वो डिपेंड करता है उसके फीचर्स पर, उसके सिम्टम्स पर, कैसी वो प्रेजेंट कर रही है, कब से है, हार्ड है, अल्सरेशन है नहीं है आसपास, और उसके साथ वेट लॉस है नहीं है, बाकी सारे सिम्टम्स। हर गिल्टी नहीं होती वो कैंसर। वो तो आप जो चेक करेंगे आप, तो अगर गिल्टी आ रही है, जैसे कोई ब्रेस्ट में है और उसमें साइज़ बढ़ रहा है, और फिर उसको चेक कराना ज़रूरी है। डिपेंड करता है किस लोकेशन पे है, क्या है। तो कितने परसेंटेज रेशो जो है, पहले तो कहते थे भी ठीक ही नहीं होता है, जिसने कैंसर को छेड़ दिया वो हिल गया तो क्या? नहीं, ऐसा कुछ नहीं है। अगर मान लो अर्ली स्टेज है, आपका अर्ली स्टेज है, अब लोकलाइज डिजीज़ है, तो उसको हम अर्ली ऑपरेट कर दें तो फिर ब्रेस्ट कैंसर नहीं फैलता है ना। अगर मान लो लेट स्टेज है, आपने उसको निगलेक्ट कर देते हो, या मान लो कोई और कोशिश करते हो अल्टरनेटिव थेरेपी की जो ज़्यादा इतनी सक्सेसफुल नहीं गई हैं, तो फिर उसमें फिर बीमारी अगर बढ़ जाए फिर उतनी प्रोग्नोसिस पुअर हो जाती है। जैसे स्टेज कहने का मतलब जितना ज़्यादा फैल जाएगा हाँ, उतना कंट्रोल करना जितना मुश्किल हो ज़्यादा फैल जाती है बीमारी,
उतना जैसे स्टेज 1 से लेकर स्टेज 4 चलेगी, आगे तक फैल गई, लंग लिवर बोन दूर तक चलेगी, तो उतना ही प्रोग्नोसिस पुअर हो जाती है। तो रानी जी ने बताया कि पहले अर्ली स्टेज पर इसको कंट्रोल कर लीजिए। पेशेंट भी यही कहते हैं कि एक बार चेकअप करा लो, ये है तो आप इसका इलाज शुरू कीजिए, पर वो लोग डरते हैं ना, कहते हैं या हिल गए हैं तो फिर डिल गए हैं। नहीं नहीं, ये सब पुरानी इदा ਦੀ ਗੱਲਾਂ ਦਾ ਕੋਈ ਹਾਂ ਇਦਾਂ ਨਹੀਂ ਹੈ, ਇਹ ਤਾਂ ਗਲਤ ਧਾਰਨਾ ਹੈਗੀਆਂ ਉਹ ਜਿਹੜੀਆਂ। ਤੁਸੀਂ ਅਗਰ ਆਪਣਾ ਤੁਹਾਨੂੰ ਲੱਗਦਾ ਕੋਈ ਸਿੰਪਟਮ ਸਾਈਨਸ ਹੈਗੇ ਆ, ਆਪਣੇ ਉਹਨੂੰ ਨਿਗਲੈਕਟ ਨਹੀਂ ਕਰਨਾ ਹੈ, ਆਪਣਾ ਜਿਹੜੇ ਵੀ ਨਜ਼ਦੀਕੀ ਹਸਪਤਾਲ ਉਹ ਚੈੱਕ ਕਰਾ ਲਓ। ਅਗਰ ਸ਼ੱਕ ਹੈਗਾ ਉਹ ਸ਼ੱਕ ਨੂੰ ਵਹਿਮ ਨੂੰ ਆਪਣੇ ਪਾਲ ਕੇ ਟੈਨਸ਼ਨ ਲਈ ਜਾਣੀ, ਹੋ ਸਕਦਾ ਕੈਂਸਰ ਹੋਏ ਨਾ, ਹੈ ਨਾ। जो कैंसर हैगा तो सही टाइम तो इलाज नहीं होए तो भी पता चल जाए। यानी चेकअप, मेडिकल चेकअप करा लीजिए। अगर आपको प्रॉब्लम दिखती है ऐसी, आपका वहम दूर हो जाएगा। अगर है ही नहीं कुछ तो फिर डरने की क्या बात है। धन्यवाद डॉक्टर साहब। वो देखिए हम चलते चलते ये देखिए यहाँ पर कुछ कर रहे हैं, ये बातचीत कर रहे हैं। क्या हाल चाल है सर? तो समझा रहे सी कुछ सानू अरे सर नहीं समझा नहीं रहे सी, डिपार्टमेंट की गल कर रहे सी सर। डिपार्टमेंट दसो भी, डिपार्टमेंट ਦੇ ਵਿੱਚ ਵੀ ਜਦ ਤੁਸੀਂ ਤਾਂ ਕੋਈ ਕਹਿੰਦਾ ਬਹੁਤ ਵਧੀਆ ਤੁਸੀਂ ਆਪਣਾ ਦਿੰਦੇ, ਲੋਕੀ ਬੜੇ ਜਿਹੜੇ ਪੇਸ਼ੈਂਟ ਆਉਂਦੇ ਆ ਇੱਥੇ ਥੋੜਾ ਪੇਸ਼ੈਂਟ ਕੇ ਬਾਰੇ ਹਾਂ ਸਾਨੂੰ ਮੋਟੀਵੇਟ ਬਹੁਤ ਕਰਦੇ। ਪੇਸ਼ੈਂਟ ਤੁਹਾਡੇ ਪੁੱਛਿਆ ਸੀ ਵੀ ਕਹਿੰਦੇ ਸਾਨੂੰ ਘਰ ਵਾਕਣ ਜਾਣੀ ਹੈ, ਸਾਨੂੰ ਕਹਿੰਦੇ ਡਰੋ ਨਾ, ਤੁਸੀਂ ਠੀਕ ਹੋ ਜਾਓਗੇ, ਡਰੋ ਨਾ, ਤੁਸੀਂ ਠੀਕ ਹੋ ਜਾਓਗੇ। ਤੁਸੀਂ ਜਾਨੀ ਕਿ ਤੁਹਾਨੂੰ ਕਿੱਦਾਂ ਤੁਹਾਨੂੰ ਇਦਾਂ ਆਉਂਦਾ ਵੀ ਜਿਹੜੇ ਪੇਸ਼ੈਂਟ ਇੰਨਾ ਮੋਟੀਵੇਟ ਕਰੀਏ ਆਪਾਂ ਉਹਨਾਂ ਨੂੰ, ਜਾਨੀ ਕਿ ਕਹਿੰਦੇ ਕਿ ਦਵਾਈ ਤੋਂ ਜ਼ਿਆਦਾ ਦੁਆ ਅਸਰ ਕਰਤੀ ਹੈ ਜਿੱਦਾਂ ਥੋੜਾ नहीं वो ठीक है ਤੁਹਾਡੀ ਗੱਲ। एक्चुअली पेशेंट जो आएगा ना, पेशेंट तो वैसे थोड़ा डिप्रैस आएगा, परेशान आएगा, तो साਡੀ ਪਹਿਲੀ ਰਿਸਪੌਂਸਿਬਿਲਟੀ ਹੈ ਕਿ ਪੇਸ਼ੈਂਟ ਨੂੰ ਪੋਜ਼ਿਟਿਵ ਕਰਨਾ, ਉਹਨੂੰ ਮੋਟੀਵੇਟ ਕਰਨਾ, ਉਹਨੂੰ ਲਾਈਫ ਦੀ ਪੋਜ਼ਿਟਿਵ ਹੋਪ ਦੇਣੀ ਹੈ। ਠੀਕ ਹੈ ਨਾ, ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਹੈ। ਕਹਿੰਦੇ ਜਿਹੜੇ ਪੇਸ਼ੈਂਟ ਵੀ ਆਉਂਦਾ ਹੈਗਾ ਉਸ ਟਾਈਮ ਸਭ ਤੋਂ ਪਹਿਲੇ ਸਾਨੂੰ ਮੋਟੀਵੇਟ ਕਰਨਾ ਪੈਂਦਾ, ਘਬਰਾਉਣ ਦੀ ਕੋਈ ਲੋੜ ਨਹੀਂ, ਤੁਸੀਂ ਠੀਕ ਹੋ, ਤੁਹਾਨੂੰ ਕੁਝ ਸਮਝਾਉਣਾ ਹੀ ਪੈਂਦਾ ਹੈਗਾ। जी जी और देखिए कहते समझाना यानी कि सब तो बड़ी चीज़ हैगी है। अगर आपको समझा भी सब साथ ही देते हो ना, सब ये मेडिकल स्टाफ ही है इनके जितने भी हैं। देखिए आप लोग जब भी कोई पेशेंट आता है कहते हैं हम मोटिवेट करते हैं भी डरो ना, डरो ना, डरो ना, यार कुछ नहीं है, हमें ये घुसड़े तो थोड़ा दूर रखें। हाँ हाँ, मैं कह रहा हूँ कि पेशेंट कैंसर का है, उसको जब पता चलता है, कैसे पता चलेगा? जैसे ही पता चले उसको उसका अपना स्क्रीनिंग ट्रीटमेंट कराना चाहिए। कोई भी चीज़ आपके शरीर में है ना जो लंबे वक्त तक है, बिना मांग के है, बिना डिमांड के है, उसको रेक्टिफाई करो, उसको स्क्रीन करो कि क्या है। कहीं पे कोई गांठ है, बिना मतलब के है, क्या है, डॉक्टर के पास जाओ। आप उसको छोड़ दे तो वो दूसरे तीसरे चौथे स्टेज में जाता है, उसके बाद कोई नहीं बचा पाता है। अगर आप पहले शुरुआती दौर में किसी भी कैंसर को अगर आप देख लोगे, समझ लोगे, ट्रीटमेंट के लिए चले जाओगे तो बच जाओगे। सिर्फ यही संदेश है जो आप भी दीजिए, हम भी देते रहते हैं, और यहाँ जो भी पेशेंट आता है हम उसकी कोऑपरेट करते हैं। अभी कहते हैं पैसे, हर आदमी डरता है पैसे से, यार मेरा 10, 12, 15 हज़ार रुपये लग जाएगा, 5 हज़ार रुपये लग जाएगा, चेकअप कराऊंगा, है मेरे को है तो मैं से ठीक हूँ, मैं इसी में सारा प्रॉब्लम आ रही है ना। देखो अंग्रेजी में कहावत है कि स्टिच इन टाइम सेव्स 9। शुरुआती दौर में करोगे तो 10-15 हज़ार में बच जाओगे, नहीं करोगे तो सब कुछ बेच बाच के आओगे, 10-15 लाख लगेंगे। तो इसके जब भी लक्षण आपको लगे उसकी शुरुआती दौर में ही उसको चेक कराओ, क्लियर कराओ। देखिए कहते हैं कि शुरुआती दौर में जहाँ पर यही बात सुनने को मिल रही है, जितने पेशेंट हैं या जितना स्टाफ है जहाँ पर कैंसर वाला, कहते हैं स्टार्टिंग में ही आप इसको चेकअप करा लो तो आप बच जाओगे, नहीं तो पैसा भी ज़्यादा लगेगा और प्रॉब्लम भी ज़्यादा होगी, और 4-5 साल भी लग सकते हैं, 3 साल भी लग सकते हैं। और देखिए यहाँ पर